ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਦੇਸ਼ 'ਚ ਮੌਜੂਦ ਅਰਜ਼ੀ ਧਾਰਕਾਂ ਵੱਲੋਂ ਸਪਾਊਸਲ ਸਪਾਂਸਰਸ਼ਿਪ ਵਾਲਿਆਂ ਦੇ ਲਈ ਦਿੱਤੀ ਦੁਬਾਰਾ ਤੋਂ ਜਾਣਕਾਰੀ, ਕਿਹਾ ਧੱਕਾ ਨਾ ਸਹਿਆ ਜਾਵੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਲਿਆ ਲਿਬਰਲ ਕਨਵੈਨਸ਼ਨ 'ਚ ਹਿੱਸਾ, ਤਾਂ ਦੱਸਾਂਗੇ ਕੈਨੇਡਾ ਵਾਸੀਆਂ ਦੇ ਲਈ ਕੀ ਕੁਝ ਕਿਹਾ ਤੇ ਚੋਣ ਮੁਹਿੰਮ ਦੀ ਤਰ੍ਹਾਂ ਕਿਉਂ ਦਿੱਤਾ ਭਾਸ਼ਣ। ਦੱਸਾਂਗੇ ਓਨਟਾਰੀਓ ਸਰਕਾਰ ਨੇ ਕਿਸਾਨਾਂ ਲਈ ਕਿਹੜੀ ਮਦਦ ਦਾ ਅੱਜ ਕੀਤਾ ਐਲਾਨ, $10 ਮਿਲੀਅਨ ਤੱਕ ਦੀ ਵਿੱਤੀ ਮਦਦ। ਦੱਸਾਂਗੇ ਕਿੱਥੇ ਸੇਵ ਔਨ ਫੂਡ ਸਟੋਰ ਤੋਂ ਲਗਾਏ ਗਏ ਐਕਸਪਾਇਰ ਹੋ ਚੁੱਕੇ ਕੋਵਿਡ-19 ਦੇ ਟੀਕੇ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਕੀ ਕਿਹਾ, ਜਾਣੋ ਖਬਰਾਂ ਵਿੱਚ। ਫੂਡ ਇਨਸਪੈਕਸ਼ਨ ਏਜੰਸੀ ਨੇ ਹੁਣ ਕਿਹੜੇ ਪ੍ਰੋਡਕਟ ਲਈ ਦਿੱਤੀ ਚੇਤਾਵਨੀ, ਦੱਸਾਂਗੇ। ਸਾਨਿਚ ਵਿੱਚ ਵਾਲਮਾਰਟ ਸਟੋਰ ਦੀ ਕੰਧ ਦੇ ਨਾਲ ਟਕਰਾਈ ਗੱਡੀ ਤਾਂ ਫ੍ਰੀਜ਼ਰ ਵਿੱਚ ਫਸ ਗਏ ਸੀ ਵਾਲਮਾਰਟ ਦੇ ਕਾਮੇ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਵਿਭਾਗ ਨੇ ਜਿਹੜੀ ਅਪਡੇਟ ਦਿੱਤੀ ਹੈ, ਜੋ TRP ਦੇ ਵਾਅਦੇ ਜੋ ਕੈਨੇਡਾ ਦੇ ਵਿੱਚ ਮੌਜੂਦ ਸਪਾਊਸਲ ਸਪਾਂਸਰਸ਼ਿਪ ਦੇ ਰਾਹੀਂ PR ਜਿਨ੍ਹਾਂ ਨੇ ਲਗਾਈ ਹੋਈ ਹੈ, ਉਹਨਾਂ ਦੇ ਵਾਸਤੇ ਦਰਅਸਲ ਉਹਨਾਂ ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਬਹੁਤ ਸਾਰੇ ਅੰਕੜੇ ਅਜਿਹੇ ਸਾਹਮਣੇ ਆਉਂਦੇ ਨੇ ਕਿ ਕਈ ਲੋਕ ਤਸ਼ੱਦਦ ਕਰਦੇ ਨੇ ਆਪਣੇ ਜੀਵਨ ਸਾਥੀ ਦੇ ਉੱਤੇ, ਜਾਂ ਫਿਰ ਉਹਨਾਂ ਦੇ ਪਰਿਵਾਰ ਦੇ ਵੱਲੋਂ ਤਸ਼ੱਦਦ ਢਾਇਆ ਜਾਂਦਾ ਹੈ ਉਸ ਸਮੇਂ ਜਦੋਂ ਉਸਨੇ PR ਦੀ ਫਾਈਲ ਲਗਾਈ ਹੋਵੇ, ਜਾਂ ਫਿਰ ਬਾਹਰਲੇ ਮੁਲਕ ਤੋਂ ਵਿਆਹ ਕੇ ਕੈਨੇਡਾ ਵਿੱਚ ਪਰਿਵਾਰ ਜੇ ਲੜਕੇ ਨੂੰ ਜਾਂ ਲੜਕੀ ਨੂੰ ਲੈ ਆਉਂਦੇ ਨੇ, ਤਾਂ ਫਿਰ ਇੱਥੇ ਇਸ ਗੱਲ ਕਰਕੇ ਕਿ ਉਹਨਾਂ ਨੇ ਉਸ ਨੂੰ PR ਕਰਵਾਉਣਾ ਹੈ ਤਾਂ ਉਸ ਦੇ ਉੱਤੇ ਧੱਕਾ ਵੀ ਕਈ ਵਾਰ ਕੀਤਾ ਜਾਂਦਾ ਹੈ, ਕਈ ਵਾਰ ਹਿੰਸਾ ਵੀ ਕੀਤੀ ਜਾਂਦੀ ਹੈ। ਤੇ ਉਸ ਨੂੰ ਲੈ ਕੇ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਅਜਿਹਾ ਮੌਕਾ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਅਜਿਹੇ ਹਾਲਾਤ ਵਿੱਚ ਜਿਹੜੇ ਉਹ ਪ੍ਰਵਾਸੀ ਨੇ, ਜਿਹੜੇ ਕਿ ਨਵੇਂ ਕੈਨੇਡਾ ਦੇ ਵਿੱਚ ਆਏ ਤੇ PR ਦੀ ਜਾਂ ਉਹਨਾਂ ਨੇ ਫਾਈਲ ਲਗਾਈ ਹੋਈ ਹੈ ਜਾਂ ਫਿਰ ਉਹਨਾਂ ਨੇ ਲਗਾਉਣੀ ਹੈ, ਤਾਂ ਉਸ ਸਮੇਂ ਇਸ ਗੱਲ ਦੇ ਡਰੋ ਕਿ ਕਿਤੇ ਉਹਨਾਂ ਦੀ PR ਦੀ ਫਾਈਲ ਨਾ ਖਰਾਬ ਹੋ ਜਾਵੇ, ਕਿਤੇ ਉਹਨਾਂ ਨੂੰ ਵਾਪਸ ਨਾ ਮੁੜਨਾ ਪੈ ਜਾਵੇ, ਉਹ ਤਸ਼ੱਦਦ ਨਾ ਸਹਿਣ। ਇਸ ਬਾਰੇ ਇਮੀਗ੍ਰੇਸ਼ਨ ਵਿਭਾਗ ਨੇ ਪਹਿਲਾਂ ਵੀ ਜਾਣਕਾਰੀ ਕਈ ਵਾਰ ਦਿੱਤੀ ਹੈ। ਇੱਕ ਪ੍ਰੋਗਰਾਮ ਦੇ ਰਾਹੀਂ ਜੋ TRP ਦਿੱਤੀ ਜਾਂਦੀ ਹੈ, ਯਾਨੀ ਕਿ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਦਿੱਤਾ ਜਾਂਦਾ ਹੈ, 180 ਦਿਨ ਦੇ ਵਾਸਤੇ ਹੀ ਯੋਗ ਹੁੰਦਾ ਹੈ ਤੇ ਇਸ ਸਮੇਂ ਦੇ ਵਿੱਚ ਵਰਕ ਪਰਮਿਟ ਦੇ ਵਾਸਤੇ, ਓਪਨ ਵਰਕ ਪਰਮਿਟ ਦੇ ਵਾਸਤੇ ਉਹ ਵਿਅਕਤੀ ਅਪਲਾਈ ਕਰ ਸਕਦੇ ਨੇ ਜੇਕਰ ਉਹਨਾਂ ਦੇ ਨਾਲ ਅਜਿਹਾ ਹੋ ਰਿਹਾ ਹੈ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਨਾ ਸਿਰਫ ਜੇ ਕਿਸੇ ਨਾਲ ਹਿੰਸਾ ਹੀ ਹੋ ਰਹੀ ਹੋਵੇ, ਸਗੋਂ ਜੇਕਰ ਉਸ ਦੇ ਉੱਤੇ ਕੰਮ ਕਰਨ ਨੂੰ, ਘਰ ਦੇ ਕੰਮ ਕਰਨ ਨੂੰ ਦਬਾਅ ਪਾਇਆ ਜਾ ਰਿਹਾ ਹੋਵੇ, ਉਸ ਨੂੰ ਕਿਸੇ ਦਬਾਅ ਦੇ ਵਿੱਚ ਰੱਖਿਆ ਜਾ ਰਿਹਾ ਹੋਵੇ, ਉਸ ਨੂੰ ਸਹੀ ਤਰ੍ਹਾਂ ਖਾਣ ਪੀਣ ਨੂੰ ਨਾ ਦਿੱਤਾ ਜਾਂਦਾ ਹੋਵੇ, ਤਾਂ ਕੁਝ ਇਸ ਤਰ੍ਹਾਂ ਦੇ ਕਈ ਅਜਿਹੀਆਂ ਚੀਜ਼ਾਂ ਨੇ ਜਿਸ ਨੂੰ ਲੈ ਕੇ ਉਹ ਤੰਗ ਪਰੇਸ਼ਾਨ ਹੈ ਵਿਅਕਤੀ, ਜਿਹੜਾ ਕਿ ਕੈਨੇਡਾ ਦੇ ਵਿੱਚ ਆਇਆ ਵਿਆਹ ਕੇ ਉਸ ਪਰਿਵਾਰ ਦੇ ਵਿੱਚ, ਜਿਹੜਾ ਕਿ ਪਹਿਲਾਂ ਤੋਂ ਕੈਨੇਡੀਅਨ ਸਿਟੀਜ਼ਨ ਨੇ ਜਿਹੜੇ ਜਾਂ ਫਿਰ ਕੈਨੇਡੀਅਨ PR ਨੇ, ਤਾਂ ਉਹ ਤਸ਼ੱਦਦ ਦਾ ਕਿਸੇ ਦਾ ਵੀ ਸਾਹਮਣਾ ਕਰ ਰਿਹਾ ਹੈ ਤਾਂ ਉਹ ਅਜਿਹਾ ਨਾ ਉਹ ਸਾਹਮਣਾ ਕਰੇ। ਅਜਿਹੇ ਹਾਲਾਤ ਦੇ ਵਿੱਚ ਉਸ ਦੇ ਵੱਲੋਂ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੈਲਪਲਾਈਨ ਨੰਬਰ ਵੀ ਇਸ ਦੇ ਲਈ ਦਿੱਤੇ ਗਏ ਨੇ, ਜੋ ਫੋਨ ਨੰਬਰ ਉਹਨਾਂ ਨੇ ਦਿੱਤਾ ਹੈ ਉਸ ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸ਼ਿਕਾਇਤ ਦੀ ਪ੍ਰਕਿਰਿਆ ਉਸ ਨੰਬਰ ਦੇ ਉੱਤੇ ਫੋਨ ਕਰਕੇ ਸ਼ੁਰੂ ਕੀਤੀ ਜਾ ਸਕਦੀ ਹੈ। ਪਰ ਇਹ ਕੋਈ ਅਰਜ਼ੀ ਨਹੀਂ ਤੁਸੀਂ ਅਪਲਾਈ ਕਰ ਰਹੇ ਹੋ ਉਸ ਸਮੇਂ ਜਦੋਂ ਸ਼ਿਕਾਇਤ ਕਰ ਰਹੇ ਹੋ, ਅਰਜ਼ੀ ਬਾਰੇ ਅਪਲਾਈ ਕਰਨ ਦੀ ਜਿਹੜੀ ਪ੍ਰਕਿਰਿਆ ਉਹ ਅੱਗੇ ਸ਼ੁਰੂ ਹੁੰਦੀ ਹੈ। ਇਸ ਤੋਂ ਬਾਅਦ ਜੇ ਤੁਸੀਂ ਸੰਪਰਕ ਕਰਦੇ ਹੋ ਕਿਸੇ ਸ਼ਿਕਾਇਤ ਨੂੰ ਲੈ ਕੇ ਇਮੀਗ੍ਰੇਸ਼ਨ ਵਿਭਾਗ ਦੇ ਨਾਲ, ਤਾਂ ਉਸ ਸਮੇਂ ਉਹਨਾਂ ਦੇ ਵੱਲੋਂ ਵੀ ਦੱਸਿਆ ਜਾਂਦਾ ਹੈ ਕਿ ਤੁਸੀਂ ਅੱਗੇ ਕੀ ਕਰ ਸਕਦੇ ਹੋ। ਤੁਹਾਡੇ ਕੋਲ ਈਮੇਲਸ ਦੇ ਵਿੱਚ ਜਾਂ ਫਿਰ ਕੋਈ ਹੋਰ ਸਬੂਤ ਵੀ ਹੋਣ ਕਿ ਤੁਹਾਡੇ ਨਾਲ ਅਜਿਹਾ ਬੁਰਾ ਕੀਤਾ ਗਿਆ, ਤਾਂ ਤੁਸੀਂ ਉਹ ਸਬੂਤ ਵੀ ਪੇਸ਼ ਕਰ ਸਕਦੇ ਹੋ ਕਿ ਜਾਂ ਫਿਰ ਤੁਹਾਡੇ ਵੱਲੋਂ ਕਦੀ ਸ਼ਿਕਾਇਤ ਵੀ ਪੁਲਿਸ ਨੂੰ ਕੀਤੀ ਗਈ ਸੀ, ਤਾਂ ਉਸ ਤੋਂ ਬਾਅਦ ਜੇਕਰ ਤੁਸੀਂ ਮੁੜ ਤੋਂ ਰਹਿ ਰਹੇ ਹੋ ਉਸ ਥਾਂ ਦੇ ਉੱਤੇ, ਮਾਮਲਾ ਉਸ ਸਮੇਂ ਸੁਲਝ ਗਿਆ ਸੀ, ਪਰ ਜਿਹੜੀ ਉਹ ਸ਼ਿਕਾਇਤ ਹੈ ਉਹ ਵੀ ਤੁਸੀਂ ਇਮੀਗ੍ਰੇਸ਼ਨ ਵਿਭਾਗ ਨੂੰ ਉਸ ਦੇ ਬਾਰੇ ਵੀ ਜਾਣਕਾਰੀ ਦੇ ਸਕਦੇ ਹੋ। ਵੱਖੋ ਵੱਖਰੇ ਤਰੀਕਿਆਂ ਨਾਲ ਉਸ ਜਾਣਕਾਰੀ ਨੂੰ ਦੇਣ ਦੇ ਬਾਰੇ ਅੱਗੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਚੋਣਾਂ ਦਿੱਤੀਆਂ ਜਾਂਦੀਆਂ ਨੇ, ਜਿਸ ਦੇ ਵਿੱਚ ਫਿਰ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਦੇ ਦਿੱਤਾ ਜਾਂਦਾ ਹੈ ਕਿ ਉਸ ਸਮੇਂ ਤੁਸੀਂ ਜਿਹੜਾ ਓਪਨ ਵਰਕ ਪਰਮਿਟ ਤੇ ਉਸ ਤੋਂ ਬਾਅਦ PR ਦੇ ਵਿੱਚ ਵੀ ਤੁਹਾਨੂੰ ਇਮੀਗ੍ਰੇਸ਼ਨ ਵਿਭਾਗ ਮਦਦ ਦੇ ਸਕਦਾ ਹੈ ਜੇਕਰ ਤੁਸੀਂ ਪੀੜਤ ਹੋ, ਜੇਕਰ ਤੁਸੀਂ ਕਿਸੇ ਅਜਿਹੇ ਤਸ਼ੱਦਦ ਦੇ ਵਿੱਚੋਂ ਲੰਘੇ ਹੋ। ਤਾਂ ਉਸ ਦੇ ਵਿੱਚ ਸਿਰਫ ਇਹੀ ਨਹੀਂ ਕਿ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਤੁਹਾਨੂੰ ਇਹ ਸਰਵਿਸ ਦਿੱਤੀ ਜਾਵੇਗੀ, ਸਗੋਂ ਜਿਹੜੀ ਫੀਸ ਹੈ ਜਦੋਂ ਐਪਲੀਕੇਸ਼ਨ ਅਪਲਾਈ ਕਰਨੀ ਹੈ ਉਸ ਦੀ ਫੀਸ ਦੇ ਉੱਤੇ ਵੀ ਤੁਹਾਨੂੰ ਮਦਦ ਦਿੱਤੀ ਜਾਵੇਗੀ। ਉਸ ਨੂੰ ਲੈ ਕੇ ਵੀ ਅੱਗੇ ਜਿਹੜੀ ਜਾਣਕਾਰੀ ਹੈ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦਿੱਤੀ ਜਾਂਦੀ ਹੈ ਤੇ ਤੁਸੀਂ ਓਪਨ ਵਰਕ ਪਰਮਿਟ ਲੈ ਸਕਦੇ ਹੋ ਤੇ ਵੱਖਰੇ ਤੌਰ ਦੇ ਉੱਤੇ ਰਹਿ ਸਕਦੇ ਹੋ ਤੇ ਤੁਹਾਡੀ ਅੱਗੇ ਪ੍ਰਕਿਰਿਆ ਚੱਲ ਸਕਦੀ ਹੈ। ਇਸ ਦੇ ਉੱਤੇ ਜਾਂਚ ਵੀ ਹੋਵੇਗੀ ਤੇ ਜੇਕਰ ਤੁਹਾਡੇ ਕੋਲ ਸਬੂਤ ਹੋਣ ਉਹ ਵੀ ਤੁਸੀਂ ਇਕੱਠੇ ਕਰਕੇ ਦਿਖਾ ਸਕਦੇ ਹੋ ਕਿ ਕਿਸੇ ਵੀ ਤਰ੍ਹਾਂ ਦਾ ਧੱਕਾ ਨਾ ਸਹੋ। ਤੇ ਇਸੇ ਨੂੰ ਲੈ ਕੇ ਇਮੀਗ੍ਰੇਸ਼ਨ ਵਿਭਾਗ ਨੇ ਇਹ ਜਾਣਕਾਰੀ ਹੈ ਜੋ ਮੁੜ ਤੋਂ ਦਿੱਤੀ ਹੈ। ਤੇ ਜਿਹੜਾ IRCC ਦੇ ਨਾਲ ਕਲਾਇੰਟ ਸਪੋਰਟ ਸੈਂਟਰ ਦੇ ਨਾਲ ਤੁਸੀਂ ਸੰਪਰਕ ਕਰਨਾ ਹੈ 188-242-2100 ਦੇ ਉੱਤੇ ਫੋਨ ਕਰਕੇ ਤੁਸੀਂ ਸੰਪਰਕ ਕਰ ਸਕਦੇ ਹੋ। ਇਸ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਉਸ ਕਨਵੈਨਸ਼ਨ ਵਿੱਚ ਹਿੱਸਾ ਲਿਆ ਜੋ 3 ਦਿਨਾਂ ਕਨਵੈਨਸ਼ਨ ਲਿਬਰਲ ਪਾਰਟੀ ਦੇ ਵੱਲੋਂ ਕਰਵਾਈ ਗਈ।
ਉਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਦੋਂ ਸੰਬੋਧਨ ਕੀਤਾ ਤਾਂ ਉਹਨਾਂ ਨੇ ਕੁਝ ਇਸ ਤਰ੍ਹਾਂ ਸੰਬੋਧਨ ਕੀਤਾ ਜਿਵੇਂ ਕਿ ਕਿਸੇ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੋਵੇ। ਪਰ ਉਧਰ ਦੂਜੇ ਪਾਸੇ ਲਿਬਰਲਸ ਦਾ ਕਹਿਣਾ ਹੈ ਕਿ ਉਹ ਇਸ ਸਮੇਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਦਬਾਅ ਨਹੀਂ ਪਾਉਣਾ ਚਾਹੁੰਦੇ ਜਾਂ ਫਿਰ ਕੋਈ ਵੀ ਅਜਿਹੇ ਕਦਮ ਨਹੀਂ ਚੁੱਕਣਗੇ ਜਿਸ ਦੇ ਨਾਲ ਜਿਹੜੀਆਂ ਚੋਣਾਂ ਕਰਵਾਉਣੀਆਂ ਪੈ ਜਾਣ। ਇਲੈਕਸ਼ਨ ਦਾ ਜਿਹੜਾ ਮਾਹੌਲ ਹੈ ਕੋਵਿਡ-19 ਦੇ ਸਮੇਂ ਦੇ ਵਿੱਚ ਬਣ ਜਾਵੇ। ਇਸ ਗੱਲ ਦੇ ਉੱਤੇ ਪਹਿਲਾਂ ਵੀ ਹਾਊਸ ਆਫ ਕਾਮਨਸ ਕਮੇਟੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਵਾਅਦਾ ਲਿਆ ਸੀ ਕਿ ਅਜਿਹੇ ਵਿੱਚ ਜਦੋਂ ਤੱਕ ਕੋਵਿਡ-19 ਦੀ ਜਕੜ ਦੇ ਵਿੱਚ ਕੈਨੇਡਾ ਵਾਸੀ ਨੇ ਤੇ ਕੈਨੇਡਾ ਹੈਗਾ ਤਾਂ ਉਸ ਸਮੇਂ ਦੇ ਵਿੱਚ ਜਿਹੜਾ ਚੋਣਾਂ ਕਰਵਾਉਣ ਦਾ ਐਲਾਨ ਕਿਸੇ ਵੀ ਤਰ੍ਹਾਂ ਨਾ ਕੀਤਾ ਜਾਵੇ, ਜਿਨ੍ਹਾਂ ਤੋਂ ਇਹ ਵਾਅਦਾ ਲਿਆ ਗਿਆ ਸੀ ਕਿ ਜਦੋਂ ਤੱਕ ਦੂਜੀਆਂ ਪਾਰਟੀਆਂ ਪਿੱਛੇ ਨਹੀਂ ਹਟਦੀਆਂ ਕਿ ਮਜਬੂਰੀ ਦੇ ਵਿੱਚ ਚੋਣਾਂ ਕਰਵਾਉਣੀਆਂ ਹੀ ਪੈਣਗੀਆਂ, ਜਦੋਂ ਸਾਰਿਆਂ ਦੇ ਵੱਲੋਂ ਸਮਰਥਨ ਵਾਪਸ ਲੈ ਲਿਆ ਜਾਂਦਾ ਹੈ ਤਾਂ ਉਦੋਂ ਤੱਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਵੱਲੋਂ ਪਹਿਲ ਕਰਕੇ ਅਜਿਹਾ ਨਾ ਕਰਨ ਕਿ ਚੋਣਾਂ ਜਿਹੜੀਆਂ ਮੁੜ ਤੋਂ ਕਰਵਾਉਣ ਦੀ ਗੱਲ ਕੀਤੀ ਜਾਵੇ। ਜਿਵੇਂ ਕਿ ਇਸ ਸਮੇਂ ਘੱਟ ਗਿਣਤੀ ਸਰਕਾਰ ਹੈ ਤਾਂ ਕਈ ਮੁੱਦਿਆਂ ਦੇ ਉੱਤੇ NDP ਦੇ ਵੱਲੋਂ ਜਗਮੀਤ ਸਿੰਘ ਨੇ ਸਮਰਥਨ ਦਿੱਤਾ ਤਾਂ ਲਿਬਰਲ ਪਾਰਟੀ ਟੁੱਟਣ ਤੋਂ ਪਹਿਲਾਂ ਇਹ ਸਰਕਾਰ ਪਿਛਲੇ ਸਾਲ ਵੀ ਬਚੀ ਹੈ ਤੇ ਇਸ ਨੂੰ ਲੈ ਕੇ ਉਧਰ NDP ਲੀਡਰ ਜਗਮੀਤ ਸਿੰਘ ਵੀ ਬਾਰ-ਬਾਰ ਇਹ ਕਹਿੰਦੇ ਆ ਰਹੇ ਨੇ ਕਿ ਫਿਲਹਾਲ ਉਹ ਲਿਬਰਲ ਪਾਰਟੀ ਨੂੰ ਸਮਰਥਨ ਇਸੇ ਤਰ੍ਹਾਂ ਦਿੰਦੇ ਰਹਿਣਗੇ ਜਦੋਂ ਤੱਕ ਕੈਨੇਡਾ ਕੋਵਿਡ-19 ਦੀ ਜਕੜ ਵਿੱਚ ਹੈ, ਕਿਉਂਕਿ ਉਹ ਵੀ ਨਹੀਂ ਚਾਹੁੰਦੇ ਅਜਿਹੇ ਵਿੱਚ ਚੋਣਾਂ ਦੇਸ਼ ਦੇ ਅੰਦਰ ਹੋਣ। ਪਰ ਉਹਨਾਂ ਦੇ ਵੱਲੋਂ ਵੀ ਇਸ ਸਮੇਂ ਜਿਹੜੇ ਮੁੱਦੇ ਲਿਆਂਦੇ ਜਾ ਰਹੇ ਨੇ ਤੇ ਜੋ ਗੱਲਬਾਤ ਕੀਤੀ ਜਾ ਰਹੀ ਹੈ ਕੁਝ ਇਸ ਤਰ੍ਹਾਂ ਹੀ ਕੀਤੀ ਜਾ ਰਹੀ ਹੈ ਜਿਵੇਂ ਕਿ ਚੋਣ ਮੁਹਿੰਮ ਦੇ ਦੌਰਾਨ ਰਾਜਨੀਤਿਕ ਲੀਡਰ ਵਾਅਦੇ ਕਰਦੇ ਹੁੰਦੇ ਨੇ। ਤਾਂ ਉਧਰ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕਈ ਗੱਲਾਂ ਕੀਤੀਆਂ ਤੇ ਵਾਅਦੇ ਵੀ ਕੀਤੇ ਕੈਨੇਡਾ ਵਾਸੀਆਂ ਦੇ ਵਾਸਤੇ, ਜਦੋਂ ਉਹਨਾਂ ਨੇ ਸੰਬੋਧਨ ਕੀਤਾ ਆਪਣੀ ਪਾਰਟੀ ਦੇ ਵੱਲੋਂ ਤਾਂ ਉਹਨਾਂ ਨੇ ਵੀ ਕੁਝ ਇਸੇ ਤਰ੍ਹਾਂ ਕੀਤਾ ਜਿਵੇਂ ਕਿ ਚੋਣਾਂ ਦੇ ਵਿੱਚ ਲੀਡਰ ਵੱਖੋ ਵੱਖਰੇ ਐਲਾਨ ਕਰਦੇ ਹੁੰਦੇ ਨੇ ਤੇ ਆਪਣੀ ਪਾਰਟੀ ਦੇ ਲਈ ਪ੍ਰਚਾਰ ਕਰਦੇ ਨੇ। ਅਗਲੀ ਖਬਰ ਹੈ ਕਿ ਓਨਟਾਰੀਓ ਸਰਕਾਰ ਨੇ ਖੇਤੀਬਾੜੀ ਦੇ ਵਾਸਤੇ $10 ਮਿਲੀਅਨ ਤੱਕ ਦਾ ਐਲਾਨ ਕੀਤਾ ਹੈ। ਆਖਿਰ ਕਿਵੇਂ ਤੇ ਕਿੱਥੇ ਇਹ ਖੇਤੀਬਾੜੀ ਦੇ ਵਿੱਚ ਮਦਦ ਦਿੱਤੀ ਜਾਵੇਗੀ ਵਿੱਤੀ ਤੌਰ ਦੇ ਉੱਤੇ ਤੁਹਾਨੂੰ ਦੱਸਦੇ ਹਾਂ। ਓਨਟਾਰੀਓ ਦੇ ਵਿੱਚ ਕਈ ਅਜਿਹੇ ਫਾਰਮ ਨੇ, ਖੇਤੀਬਾੜੀ ਵਾਲੀਆਂ ਥਾਵਾਂ ਨੇ ਜਿੱਥੇ ਕਾਮਿਆਂ ਵਿੱਚ ਕੋਵਿਡ-19 ਫੈਲਣ ਦੇ ਮਾਮਲੇ ਕਾਫੀ ਸਾਹਮਣੇ ਆਏ ਤੇ ਇਸੇ ਨੂੰ ਲੈ ਕੇ ਓਨਟਾਰੀਓ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ $10 ਮਿਲੀਅਨ ਉਹ ਕਿਸਾਨਾਂ ਤੇ ਐਗਰੀ ਫੂਡ ਆਪਰੇਟਰਸ ਦੇ ਵਾਸਤੇ ਜਾਰੀ ਕਰ ਰਹੇ ਨੇ ਤਾਂ ਕਿ ਉਹ PPE ਕਿਟਸ ਤੇ ਨਾਲ ਹੀ ਸਾਫ਼ ਸਫਾਈ ਵਾਲਾ ਹੋਰ ਜ਼ਿਆਦਾ ਸਮਾਨ ਖਰੀਦ ਸਕਣ ਤਾਂ ਕਿ ਕੰਮ ਵਾਲੀਆਂ ਥਾਵਾਂ ਨੂੰ ਹੋਰ ਜ਼ਿਆਦਾ ਕਾਮਿਆਂ ਦੇ ਵਾਸਤੇ ਸੁਰੱਖਿਅਤ ਬਣਾਇਆ ਜਾ ਸਕੇ। ਜਿਸ ਦੇ ਲਈ ਓਨਟਾਰੀਓ ਸਰਕਾਰ ਨੇ ਕਿਹਾ ਕਿ 2021 ਦਾ ਜੋ ਉਹਨਾਂ ਨੇ ਬਜਟ ਐਲਾਨਿਆ ਸੀ ਇਹ ਮਦਦ ਉਸੇ ਦਾ ਹਿੱਸਾ ਹੈ ਜਿਸ ਦੇ ਵਿੱਚ ਲੋਕਾਂ ਦੀ ਸਿਹਤ ਨੂੰ ਲੈ ਕੇ ਸੁਰੱਖਿਆ ਦੇ ਵਾਸਤੇ ਜਿਹੜੇ ਕਦਮ ਚੁੱਕਣ ਦੀ ਗੱਲ ਕਹੀ ਸੀ ਉਸੇ ਵਿੱਚੋਂ $10 ਮਿਲੀਅਨ ਕਿਸਾਨਾਂ ਤੇ ਖੇਤੀਬਾੜੀ ਵਾਲੀਆਂ ਥਾਵਾਂ ਦੇ ਉੱਤੇ ਦਿੱਤਾ ਜਾਵੇਗਾ। ਜਿਸ ਦੇ ਬਾਰੇ ਖੇਤੀਬਾੜੀ ਮੰਤਰੀ ਐਨੀ ਦੇ ਵੱਲੋਂ ਇੱਥੇ ਜਾਣਕਾਰੀ ਦਿੱਤੀ ਗਈ ਕਿ ਜਿਹੜਾ ਵੀ ਸੰਭਵ ਹੋ ਸਕਦਾ ਹੈ ਉਹ ਹਰ ਅਜਿਹਾ ਕਦਮ ਚੁੱਕਦੇ ਨੇ ਤਾਂ ਕਿ ਕਾਮਿਆਂ ਦੀ ਸਿਹਤ ਤੇ ਨਾਲ ਹੀ ਉਹਨਾਂ ਦੀ ਸੁਰੱਖਿਆ ਨੂੰ ਸਥਾਈ ਬਣਾਇਆ ਜਾ ਸਕੇ ਕਿ ਉਹ ਸੁਰੱਖਿਅਤ ਰਹਿਣ ਤੇ ਨਾਲ ਹੀ ਜਿਹੜੀਆਂ ਵੀ ਭੋਜਨ ਦੀ ਪੈਦਾਵਾਰ ਤੇ ਅੱਗੇ ਪਹੁੰਚਾਉਣ ਵਾਲੀਆਂ ਥਾਵਾਂ ਨੇ ਉਹਨਾਂ ਦੇ ਉੱਤੇ ਕੰਮ ਵੀ ਲਗਾਤਾਰ ਚੱਲਦਾ ਰਹੇ ਕਿਉਂਕਿ ਉਹ ਕੰਮ ਪ੍ਰਭਾਵਿਤ ਹੋਵੇਗਾ ਤਾਂ ਅੱਗੇ ਭੋਜਨ ਪਹੁੰਚਣ ਦੇ ਵਿੱਚ ਦਿੱਕਤ ਆ ਸਕਦੀ ਹੈ ਤੇ ਇਸੇ ਨੂੰ ਲੈ ਕੇ ਕਾਮਿਆਂ ਦੀ ਸੁਰੱਖਿਆ ਨੂੰ ਸਥਾਈ ਬਣਾਉਣ ਦੇ ਵਾਸਤੇ ਉਹਨਾਂ ਦੇ ਵੱਲੋਂ ਕੁਝ ਅਜਿਹੇ ਕਦਮ ਚੁੱਕਣ ਦੀ ਗੱਲ ਕੀਤੀ ਗਈ। ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਇੱਕ ਸੇਵ ਔਨ ਫੂਡ ਸਟੋਰ ਦੀ ਫਾਰਮੇਸੀ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਕਿ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਬਰਨਬੀ ਦੇ ਸੇਵ ਔਨ ਫੂਡਸ ਦੇ ਵਿੱਚ ਫਾਰਮੇਸੀ ਦੇ ਵਿੱਚੋਂ ਕੋਵਿਡ-19 ਦੇ ਟੀਕੇ ਲਗਾਏ ਜਾ ਰਹੇ ਨੇ ਤਾਂ ਇਸ ਦੌਰਾਨ ਉਸ ਫਾਰਮੇਸੀ ਤੋਂ 10 ਵਿਅਕਤੀਆਂ ਦੇ ਐਕਸਪਾਇਰ ਹੋ ਚੁੱਕੇ ਕੋਵਿਡ-19 ਦੇ ਟੀਕੇ ਲਗਾ ਦਿੱਤੇ ਗਏ। ਇਸ ਦੇ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਵੀ ਦਿੱਤੀ ਹੈ ਤਾਂ ਸੇਵ ਔਨ ਫੂਡ ਫਾਰਮੇਸੀ ਦੇ ਨਾਲ ਜੁੜੇ ਅਧਿਕਾਰੀਆਂ ਦੇ ਵੱਲੋਂ ਇਸ ਨੂੰ ਲੈ ਕੇ ਮਾਫੀ ਵੀ ਮੰਗੀ ਗਈ ਹੈ ਜਿਨ੍ਹਾਂ ਦੇ ਵੱਲੋਂ ਉਹਨਾਂ ਵਿਅਕਤੀਆਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਰਿਹਾ ਜਾ ਰਿਹਾ ਹੈ ਤੇ ਉਹਨਾਂ ਦੀ ਤਬੀਅਤ ਦੇ ਬਾਰੇ ਉਹਨਾਂ ਨੂੰ ਬਾਰ-ਬਾਰ ਪੁੱਛਿਆ ਜਾ ਰਿਹਾ ਹੈ ਜਿਨ੍ਹਾਂ ਦੇ ਐਕਸਪਾਇਰ ਹੋ ਚੁੱਕੇ ਕੋਵਿਡ-19 ਦੇ ਟੀਕੇ ਲਗਾਏ ਗਏ। ਐਸਟਰਾਜ਼ੈਨੇਕਾ ਦੇ ਟੀਕੇ ਉਹਨਾਂ ਨੂੰ ਲਗਾਏ ਗਏ ਸਨ। 10 ਜਣਿਆਂ ਨੂੰ ਇਹ ਟੀਕੇ ਲਗਾਏ ਗਏ ਜਿਸ ਤੋਂ ਬਾਅਦ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ 2 ਅਪ੍ਰੈਲ ਨੂੰ ਇਹ ਟੀਕੇ ਐਕਸਪਾਇਰ ਹੋ ਚੁੱਕੇ ਸੀ ਪਰ 10 ਜਣਿਆਂ ਦੇ ਉਹੀ ਟੀਕੇ 5 ਅਪ੍ਰੈਲ ਨੂੰ ਲਗਾਏ ਗਏ ਯਾਨੀ ਕਿ ਕੁਝ ਦਿਨ ਪਹਿਲਾਂ ਉਹ ਐਕਸਪਾਇਰ ਹੋ ਚੁੱਕੇ ਸਨ ਟੀਕੇ ਤੇ ਇਸ ਨੂੰ ਲੈ ਕੇ ਫਿਲਹਾਲ ਤਾਂ ਜਿਨ੍ਹਾਂ ਦੇ ਵੀ ਟੀਕੇ ਲੱਗੇ ਨੇ ਉਹਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਬਿਮਾਰ ਹੋਣ ਦਾ ਕੋਈ ਲੱਛਣ ਸਾਹਮਣੇ ਨਹੀਂ ਆਇਆ ਜਿਸ ਦੇ ਬਾਰੇ ਹਜੇ ਅਧਿਕਾਰਤ ਤੌਰ ਤੇ ਕੋਈ ਜਾਣਕਾਰੀ ਤਾਂ ਸਾਹਮਣੇ ਨਹੀਂ ਆਈ ਪਰ ਇਸ ਨੂੰ ਲੈ ਕੇ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ ਦੇਖਣਾ ਹੋਵੇਗਾ ਕਿਉਂਕਿ ਇਸ ਨੂੰ ਕਾਫੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਇਸ ਦੇ ਉੱਤੇ ਕਈ ਸਵਾਲ ਵੀ ਖੜੇ ਹੋਏ ਨੇ। ਤੇ ਐਸਟਰਾਜ਼ੈਨੇਕਾ ਦਾ ਟੀਕਾ ਜਿਵੇਂ ਕਿ ਇਸ ਸਮੇਂ 55 ਸਾਲ ਦੀ ਉਮਰ ਤੋਂ ਵੱਧ ਦੇ ਵਿਅਕਤੀਆਂ ਦੇ ਹੀ ਲਗਾਉਣ ਦਾ ਸਿਹਤ ਵਿਭਾਗ ਦੇ ਵੱਲੋਂ ਐਲਾਨ ਕੀਤਾ ਹੋਇਆ ਹੈ ਤਾਂ ਜੋ ਟੀਕੇ ਨੇ ਉਹ 55 ਸਾਲ ਦੀ ਉਮਰ ਤੋਂ ਵੱਧ ਦੇ ਵਿਅਕਤੀਆਂ ਦੇ ਹੀ ਲੱਗੇ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ
ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਤੇ ਜਿਨ੍ਹਾਂ ਕਿਹਾ ਹੈ ਕਿ ਉਹ ਕਾਫੀ ਇਸ ਨੂੰ ਲੈ ਕੇ ਪਰੇਸ਼ਾਨ ਨੇ ਕਿ ਜੇਕਰ ਉਹਨਾਂ ਦੇ ਜਿਹੜੇ ਐਕਸਪਾਇਰ ਹੋ ਚੁੱਕੇ ਟੀਕੇ ਲਗਾਏ ਗਏ ਨੇ ਤਾਂ ਉਸ ਦੇ ਨਾਲ ਉਹਨਾਂ ਨੂੰ ਕੋਈ ਸਿਹਤ ਪੱਖੋਂ ਨੁਕਸਾਨ ਨਾ ਹੋ ਜਾਵੇ। ਅਗਲੀ ਖਬਰ ਹੈ ਕਿ ਕੈਨੇਡਾ ਦੀ ਫੂਡ ਇੰਸਪੈਕਸ਼ਨ ਏਜੰਸੀ ਨੇ ਇੱਕ ਹੋਰ ਪ੍ਰੋਡਕਟ ਨੂੰ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾਉਣ ਦੇ ਲਈ ਜਾਣਕਾਰੀ ਜਾਰੀ ਕੀਤੀ ਹੈ, ਜਿਨ੍ਹਾਂ ਕਿਹਾ ਕਿ ਕੈਨੇਡਾ ਦੇ ਵੱਖਰੇ ਹਿੱਸਿਆਂ ਦੇ ਵਿੱਚ ਇਹ ਪ੍ਰੋਡਕਟ ਵੇਚਿਆ ਗਿਆ ਹੋ ਸਕਦਾ ਹੈ, ਜਿਸ ਦੇ ਲਈ ਉਹਨਾਂ ਕਿਹਾ ਕਿ ਡਬਲ ਹੈਪੀਨੈਸ ਬ੍ਰਾਂਡ ਦੇ ਡਰਾਈਡ ਆਲਮੰਡਸ ਨੇ ਜੋ ਕਿ 200 ਗ੍ਰਾਮ ਦੀ ਪੈਕਿੰਗ ਹੈ ਉਸ ਨੂੰ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾਇਆ ਗਿਆ ਹੈ, ਜਿਸ ਬਾਰੇ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਜਾਣਕਾਰੀ ਦਿੱਤੀ ਹੈ। ਇਸ ਪੈਕਿੰਗ ਦੀਆਂ ਤਸਵੀਰਾਂ ਵੀ ਏਜੰਸੀ ਨੇ ਸਾਂਝੀਆਂ ਕੀਤੀਆਂ ਨੇ, ਜਿਸ ਦੇ ਵਿੱਚ ਉਹਨਾਂ ਨੇ ਜਦੋਂ ਇਹ ਜਾਣਕਾਰੀ ਸਾਂਝੀ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਪ੍ਰੋਡਕਟ ਦੀ ਵਰਤੋਂ ਦੇ ਨਾਲ ਸਾਈਨਾਈਡ ਪੋਇਜ਼ਨਿੰਗ ਹੋ ਸਕਦੀ ਹੈ। ਸਾਈਨਾਈਡ ਪੋਇਜ਼ਨਿੰਗ ਦੇ ਖਤਰੇ ਵਜੋਂ ਇਸ ਨੂੰ ਮਾਰਕੀਟ ਵਿੱਚੋਂ ਵਾਪਸ ਮੰਗਵਾਇਆ ਜਾਂਦਾ ਹੈ। ਜੇਕਰ ਕਿਸੇ ਦੇ ਕੋਲ ਵੀ ਇਹ ਪ੍ਰੋਡਕਟ ਜਿਹੜੀ ਪੈਕਿੰਗ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹਨਾਂ ਦੇ ਵੱਲੋਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ, ਜੇਕਰ ਕਿਸੇ ਦੇ ਵੱਲੋਂ ਵੀ ਘਰ ਦੇ ਵਿੱਚ ਲਿਆਂਦਾ ਗਿਆ ਤਾਂ ਸੁੱਟ ਦਿੱਤਾ ਜਾਵੇ ਜਾਂ ਫਿਰ ਜਿਹੜੇ ਸਟੋਰ ਤੋਂ ਲਿਆਂਦਾ ਗਿਆ ਉਸ ਨੂੰ ਵਾਪਸ ਕਰ ਦਿੱਤਾ ਜਾਵੇ, ਇਸ ਦੀ ਵਰਤੋਂ ਨਾ ਕੀਤੀ ਜਾਵੇ। ਅਗਲੀ ਖਬਰ ਹੈ ਕਿ ਡੈਲਟਾ ਦੇ ਵਿੱਚ ਛੋਟਾ ਜਹਾਜ਼ ਕ੍ਰੈਸ਼ ਹੋਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਵੀ ਲੱਗ ਗਈ। ਡੈਲਟਾ ਦੇ ਬਾਉਂਡਰੀ ਬੇ 에ਅਰਪੋਰਟ ਦੇ ਉੱਤੇ ਅੱਜ ਇੱਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ। ਸ਼ਨੀਵਾਰ ਨੂੰ ਸਵੇਰੇ ਇਹ ਮਾਮਲਾ ਵਾਪਰਿਆ 10 ਤਰੀਕ ਨੂੰ, ਜਦੋਂ ਇੱਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਨੂੰ ਅੱਗ ਵੀ ਲੱਗ ਗਈ ਸੀ। 에ਅਰਪੋਰਟ ਦੇ ਉੱਤਰ ਪੂਰਬੀ ਖੇਤਰ ਦੇ ਵਿੱਚ ਸਵੇਰੇ 11:30 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ, ਜਿੱਥੇ ਘਾਹ ਲੱਗਿਆ ਹੋਇਆ ਉੱਥੇ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ। ਜਿਸ ਤੋਂ ਬਾਅਦ ਜਦੋਂ ਜਹਾਜ਼ ਨੂੰ ਅੱਗ ਲੱਗੀ ਤਾਂ ਡੈਲਟਾ ਫਾਇਰ ਰੈਸਕਿਊ ਤੋਂ ਟੀਮਸ, ਡੈਲਟਾ ਪੁਲਿਸ ਤੇ BC ਐਮਰਜੈਂਸੀ ਹੈਲਥ ਸਰਵਿਸਿਜ਼ ਮੌਕੇ ਤੇ ਪਹੁੰਚੇ ਤੇ ਟੀਮ ਨੇ ਸਮਾਂ ਰਹਿੰਦਿਆਂ ਅੱਗ ਦੇ ਉੱਤੇ ਕਾਬੂ ਪਾ ਲਿਆ, ਜਿਸ ਤੋਂ ਬਾਅਦ ਇੱਕ ਵਿਅਕਤੀ ਇਸ ਦੇ ਵਿੱਚ ਜ਼ਖਮੀ ਹੋਇਆ ਦੱਸਿਆ ਗਿਆ ਹੈ, ਜਿਸ ਨੂੰ ਕਿ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ, ਜਿਸ ਬਾਰੇ ਹਜੇ ਇਹ ਨਹੀਂ ਦੱਸਿਆ ਗਿਆ ਕਿ ਉਸ ਦੀ ਹਾਲਤ ਕਿਵੇਂ ਹੈ। ਇਸ ਤਰ੍ਹਾਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਹਾਦਸੇ ਵਿੱਚ ਜਹਾਜ਼ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਅਗਲੀ ਖਬਰ ਹੈ ਕਿ ਸਾਨਿਚ ਦੇ ਵਿੱਚ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਵਾਲਮਾਰਟ ਦੀ ਕੰਧ ਦੇ ਨਾਲ ਇੱਕ ਗੱਡੀ ਟਕਰਾ ਗਈ, ਜਿਸ ਤੋਂ ਬਾਅਦ ਉਹ ਗੱਡੀ ਕੰਧ ਵਿੱਚੋਂ ਲੰਘ ਗਈ ਤੇ ਫ੍ਰੀਜ਼ਰ ਨੂੰ ਉਸਨੇ ਬਲੌਕ ਕਰ ਦਿੱਤਾ, ਜਿਸ ਤੋਂ ਬਾਅਦ ਵਾਲਮਾਰਟ ਦੇ ਫ੍ਰੀਜ਼ਰ ਵਿੱਚ ਉਹਨਾਂ ਦੇ ਕੁਝ ਕਾਮੇ ਫਸ ਗਏ ਸਨ। ਸਾਨਿਚ ਦੇ ਵਿੱਚ ਵਾਲਮਾਰਟ ਦੇ ਅੰਦਰ ਇੱਕ ਹਾਦਸਾ ਵਾਪਰ ਗਿਆ। ਦਰਅਸਲ ਅਪਟਾਊਨ ਮਾਲ ਦੇ ਵਿੱਚ ਜਿਹੜਾ ਵਾਲਮਾਰਟ ਹੈ ਉਸ ਸਟੋਰ ਦੇ ਬਾਹਰ ਪਾਰਕਿੰਗ ਵੀ ਲੱਗਦੀ ਹੈ। ਪਾਰਕਿੰਗ ਦੇ ਵਿੱਚੋਂ ਇੱਕ ਗੱਡੀ ਵਾਲਮਾਰਟ ਦੀ ਕੰਧ ਵਿੱਚ ਜਾ ਵੱਜੀ, ਜੋ ਕਿ ਕੰਧ ਨੂੰ ਪਾਰ ਹੀ ਕਰ ਗਈ, ਜਿਸ ਤੋਂ ਬਾਅਦ ਵਾਲਮਾਰਟ ਦੇ ਫ੍ਰੀਜ਼ਰ ਦੇ ਵਿੱਚ ਕੁਝ ਕਾਮੇ ਫਸ ਗਏ, ਜਿਸ ਦੇ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਉਹ ਮੌਕੇ ਦੇ ਉੱਤੇ 4:30 ਵਜੇ ਦੇ ਕਰੀਬ ਪਹੁੰਚੇ। ਜਦੋਂ ਉਹਨਾਂ ਨੂੰ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਉੱਥੇ ਦੇਖਿਆ ਕਿ ਕੰਧ ਵਿੱਚ ਪਾੜ ਪੈ ਗਿਆ ਸੀ, ਜਿਸ ਤੋਂ ਬਾਅਦ ਜਿਹੜਾ ਵਾਹਨ ਹੈ ਉਹ ਵਾਲਮਾਰਟ ਦੇ ਅੰਦਰ ਚਲਿਆ ਗਿਆ ਸੀ ਤੇ ਫ੍ਰੀਜ਼ਰ ਉਸਦੇ ਕਰਕੇ ਬੰਦ ਹੋ ਗਿਆ ਸੀ ਤੇ ਉਸਦੇ ਅੰਦਰ ਕਾਮੇ ਫਸ ਗਏ ਸਨ, ਜਿਨ੍ਹਾਂ ਨੂੰ ਫਾਇਰ ਡਿਪਾਰਟਮੈਂਟ ਦੇ ਕਾਮੇ ਆਏ ਤੇ ਉਹਨਾਂ ਨੇ ਉਹਨਾਂ ਕਾਮਿਆਂ ਨੂੰ ਬਾਹਰ ਕੱਢਿਆ ਜੋ ਕਮਰਸ਼ੀਅਲ ਕੂਲਰ ਦੇ ਵਿੱਚ ਫਸ ਗਏ ਸਨ। ਫਾਇਰ ਫਾਈਟਰਸ ਦੇ ਵੱਲੋਂ ਇਸ ਮੌਕੇ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਵਾਲਮਾਰਟ ਦੇ ਕਾਮਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਉਹਨਾਂ ਵੱਲੋਂ ਬਾਹਰ ਕੱਢ ਲਿਆ ਗਿਆ। ਮੌਕੇ ਦੇ ਉੱਤੇ ਬਿਲਡਿੰਗ ਇੰਸਪੈਕਟਰਸ ਨੂੰ ਵੀ ਬੁਲਾਇਆ ਗਿਆ ਤਾਂ ਕਿ ਉਹ ਹਾਲਾਤ ਦੇ ਉੱਤੇ ਨਜ਼ਰ ਪਾ ਸਕਣ। ਤਾਂ ਉਧਰ ਜੋ ਗੱਡੀ ਦਾ ਡਰਾਈਵਰ ਸੀ ਉਸ ਨੂੰ ਥੋੜੀਆਂ ਹੀ ਸੱਟਾਂ ਲੱਗੀਆਂ ਨੇ, ਜਿਸ ਦੀ ਹਾਲਤ ਬਿਲਕੁਲ ਠੀਕ ਹੈ। ਫਾਇਰ ਫਾਈਟਰਸ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਤੇ ਸਾਨਿਚ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਵੇਂ ਕਿ ਕੱਲ ਮੌਜੂਦਾ ਰਾਣੀ ਦੇ ਪਤੀ ਦ ਡਿਊਕ ਆਫ ਐਡਿਨਬਰਗ ਦਾ ਦੇਹਾਂਤ ਹੋਇਆ ਤਾਂ ਇਸ ਨੂੰ ਲੈ ਕੇ ਕੈਨੇਡਾ ਭਰ ਵਿੱਚ ਵੱਖਰੀਆਂ ਥਾਵਾਂ ਦੇ ਉੱਤੇ ਝੰਡੇ ਵੀ ਨੀਵੇਂ ਕੀਤੇ ਗਏ ਤੇ ਇਸੇ ਨੂੰ ਲੈ ਕੇ ਕੈਨੇਡਾ ਸਰਕਾਰ ਦੇ ਵੱਲੋਂ ਆਨਲਾਈਨ ਇੱਕ ਵੈਬ ਪੇਜ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਉੱਤੇ ਕੈਨੇਡਾ ਵਾਸੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਪ੍ਰਿੰਸ ਫਿਲਿਪ ਦੇ ਵਾਸਤੇ ਜਿਨ੍ਹਾਂ ਦੇ ਵੱਲੋਂ ਵੀ ਅਫਸੋਸ ਦਾ ਪ੍ਰਗਟਾਵਾ ਜੋ ਕਰਨਾ ਚਾਹੁੰਦੇ ਨੇ ਉਹ ਉੱਥੇ ਉਸ ਵੈਬ ਪੇਜ ਦੇ ਉੱਤੇ ਜਾ ਕੇ ਆਪਣੇ ਪਰਿਵਾਰ ਦੇ ਵੱਲੋਂ ਆਪਣੀ ਬਿਆਨ ਉੱਥੇ ਲਿਖ ਸਕਦੇ ਨੇ, ਜਿਵੇਂ ਵੀ ਉਹ ਅਫਸੋਸ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਨੇ, ਜਿਹੜੇ ਵੀ ਸ਼ਬਦ ਉਹਨਾਂ ਦੇ ਵੱਲੋਂ ਉਹ ਲਿਖਣਾ ਚਾਹੁੰਦੇ ਨੇ ਉਹ ਲਿਖ ਸਕਦੇ ਨੇ, ਜਿਸ ਦੇ ਵਿੱਚ ਹਿੱਸਾ ਲੈ ਸਕਦੇ ਨੇ। ਇਸ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦਾ ਨਾਮ ਪੁੱਛਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਵੀ ਸੰਦੇਸ਼ ਤੁਸੀਂ ਦੇਣਾ ਪ੍ਰਿੰਸ ਫਿਲਿਪ ਦੇ ਦੇਹਾਂਤ ਦੇ ਉੱਤੇ ਜਿਹੜੀ ਵੀ ਗੱਲ ਕਹਿਣਾ ਚਾਹੁੰਦੇ ਹੋ ਉਹ ਤੁਸੀਂ ਅੱਗੇ ਲਿਖ ਸਕਦੇ ਹੋ ਤੇ ਇਸ ਦਾ ਲਿੰਕ ਹੈ ਜੋ ਅਸੀਂ ਕਮੈਂਟ ਬਾਕਸ ਦੇ ਵਿੱਚ ਸਾਂਝਾ ਵੀ ਕਰ ਦੇਵਾਂਗੇ ਤੇ ਜਿਸ ਨੇ ਵੀ ਇਸ ਵਿੱਚ ਹਿੱਸਾ ਲੈਣਾ ਹੋਵੇ ਕੈਨੇਡਾ ਵਾਸੀ ਉਸ ਦੇ ਵਿੱਚ ਹਿੱਸਾ ਲੈ ਸਕਦੇ ਨੇ। ਇਸ ਦੇ ਨਾਲ ਹੀ ਅੱਜ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।